ਮੈਂ ਅੱਜ ਆਪਣੀ ਦਫ਼ਤਰ ਦੀ ਜ਼ਰੂਰੀ ਫਾਈਲ ਘਰ ਹੀ ਭੁੱਲ ਆਇਆ ਸੀ। ਇੱਕ ਜ਼ਰੂਰੀ ਮੀਟਿੰਗ ਤੋਂ ਪਹਿਲਾਂ ਮੈਨੂੰ ਉਸ ਫਾਈਲ ਦੀ ਜ਼ਰੂਰਤ ਸੀ। ਇਸ ਲਈ ਮੈਂ 10 ਵਜੇ ਘਰ ਵਾਪਸ ਆਇਆ। ਮੇਰੇ ਘਰ ਦੇ ਬਾਹਰੀ ਦਰਵਾਜ਼ੇ ਦੀਆਂ ਚਾਬੀਆਂ ਮੇਰੇ ਕੋਲ ਸਨ। ਇਸ ਲਈ ਮੈਂ ਦਰਵਾਜ਼ਾ ਖੁਦ ਹੀ ਖੋਲ੍ਹ ਕੇ ਅੰਦਰ ਆ ਗਿਆ। ਜਿਵੇਂ ਹੀ ਮੈਂ ਅੰਦਰ ਆਇਆ, ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਇੱਕ ਕਮਰੇ ਵਿੱਚ ਮੇਰੀ ਪਤਨੀ ਬੈਠੀ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਦੂਜੇ ਪਾਸੇ ਨੌਕਰਾਣੀ ਸਿਰ ਢੱਕ ਕੇ ਬੈਠੀ ਹੋਈ ਸੀ। ਮੈਂ ਜਿਵੇਂ ਹੀ ਅੱਗੇ ਵਧਿਆ, ਉਹਨਾਂ ਦੋਨਾਂ ਦੀ ਨਜ਼ਰ ਮੇਰੇ ਤੇ ਪੈ ਗਈ। ਮੈਨੂੰ ਦੇਖਦੇ ਹੀ ਨੌਕਰਾਣੀ ਨੇ ਜਲਦੀ ਨਾਲ ਆਪਣੇ ਮੂੰਹ ਨੂੰ ਢੱਕ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਮੈਨੂੰ ਉਸ 'ਤੇ ਕੁਝ ਸ਼ੱਕ ਹੋਇਆ ਕਿਉਂਕਿ ਉਹ ਬਹੁਤ ਤੇਜ਼ੀ ਨਾਲ ਭੱਜਣ ਲੱਗੀ ਸੀ। ਮੈਂ ਉਸ ਨੂੰ ਨਾ ਫੜ ਸਕਿਆ, ਪਰ ਉਸ ਦਾ ਦੁਪੱਟਾ ਮੇਰੇ ਹੱਥ ਵਿੱਚ ਆ ਗਿਆ। ਜਦ ਕੰਮ ਵਾਲੀ ਨੇ ਆਪਣਾ ਦੁਪੱਟਾ ਛਡਾਉਣ ਲਈ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਤਾਂ ਜਿਵੇਂ ਸਾਹ ਹੀ ਰੁਕ ਗਿਆ ਹੋਵੇ, ਕਿਉਂਕਿ ਨੌਕਰਾਣੀ ਦੇ ਭੇਸ ਵਿੱਚ ਤਾਂ। ਮੇਰਾ ਨਾਮ ਅਜੀਤ ਹੈ। ਮੇਰਾ ਵਿਆਹ ਬੜੇ ਹੀ ਧੂਮਧਾਮ ਨਾਲ ਹੋਇਆ ਸੀ। ਵੈਸੇ ਤਾਂ ਮੇਰਾ ਵਿਆਹ ਘਰਦਿਆਂ ਦੀ ਪਸੰਦ ਨਾਲ ਹੋਇਆ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਮੈਂ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਨ ਲੱਗਿਆ ਸੀ। ਮੇਰਾ ਲਖਨਊ ਤੋਂ ਕਾਨਪੁਰ ਟਰਾਂਸਫਰ ਹੋਇਆ ਤਾਂ ਮੇਰੀ ਘਰਵਾਲੀ ਵੀ ਜਿੱਦ ਕਰਨ ਲੱਗੀ ਕਿ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗੀ, ਕਿਉਂਕਿ ਵਿਆਹ ਤੋਂ ਪਹਿਲਾਂ ਉਹ ਕਾਨਪੁਰ ਵਿੱਚ ਹੀ ਰਹਿੰਦੀ ਸੀ। ਮੈਂ ਰਮਨ ਨੂੰ ਬਹੁਤ ਸਮਝਾਇਆ ਕਿ ਤੂੰ ਕੁਝ ਚਿਰ ਇੱਥੇ ਹੀ ਰੁਕ ਜਾ, ਮੈਂ ਉੱਥੇ ਫਲੈਟ ਵਗੈਰਾ ਸੈੱਟ ਕਰਕੇ ਫਿਰ ਤੈਨੂੰ ਉੱਥੇ ਬੁਲਾ ਲਵਾਂਗਾ, ਪਰ ਉਸਨੇ ਮੇਰੀ ਇੱਕ ਨਾ ਸੁਣੀ। ਉਹ ਜਿੱਦ ਕਰਨ ਲੱਗੀ। ਫਿਰ ਮੈਂ ਉਸ ਨੂੰ ਆਪਣੇ ਨਾਲ ਕਾਨਪੁਰ ਲੈ ਆਇਆ। ਕਾਨਪੁਰ ਆਉਣ ਤੋਂ ਬਾਅਦ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ। ਅਸੀਂ ਖੂਬ ਘੁੰਮਦੇ ਫਿਰਦੇ ਤੇ ਖਾਣਾ ਵੀ ਹੋਟਲ ਵਿੱਚ ਹੀ ਖਾਂਦੇ। ਪਰ ਵਕਤ ਦੇ ਨਾਲ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਤੇ ਮੁਸ਼ਕਲ ਪੈਦਾ ਹੋਣ ਲੱਗੀ। ਮੈਂ ਇੱਕ ਪੌਸ਼ ਏਰੀਆ ਵਿੱਚ ਘਰ ਕਿਰਾਏ 'ਤੇ ਲਿਆ ਸੀ, ਪਰ ਸਾਫ਼ ਸਫਾਈ ਨਾ ਹੋਣ ਕਾਰਨ ਉਹ ਬਹੁਤ ਗੰਦਾ ਸੀ। ਜਦ ਮੈਂ ਰਮਨ ਨੂੰ ਸਾਫ਼ ਸਫਾਈ ਕਰਨ ਲਈ ਕਹਿੰਦਾ ਤਾਂ ਉਹ ਮੂੰਹ ਫੁਲਾ ਕੇ ਬੈਠ ਜਾਂਦੀ ਤੇ ਕਹਿੰਦੀ, ਮੈਂ ਕੰਮ ਵਾਲੀ ਹਾਂ ਜਾਂ ਪਤਨੀ। ਮੈਂ ਉਸ ਨੂੰ ਸਮਝਾਉਂਦਾ ਸੀ ਕਿ ਨੇਹਾ ਭਾਬੀ ਤੇ ਪਾਇਲ ਭਾਬੀ ਵੀ ਤਾਂ ਕੰਮ ਕਰਦੀਆਂ ਸੀ ਨਾ, ਜੇ ਤੂੰ ਕਰ ਲਵੇਂਗੀ ਤਾਂ ਕੀ ਹੋ ਜਾਵੇਗਾ। ਉਹ ਖਿਝ ਕੇ ਕਹਿੰਦੀ ਕਿ ਉਹਨਾਂ ਦੋਹਾਂ ਦੀ ਵਜ੍ਹਾ ਨਾਲ ਤਾਂ ਮੈਂ ਉੱਥੇ ਸਸੁਰਾਲ ਵਿੱਚ ਨਹੀਂ ਰੁਕੀ। ਉਹ ਖੁਦ ਤਾਂ ਮਸ਼ੀਨ ਬਣੀਆਂ ਹੋਈਆਂ ਸਨ, ਮੈਨੂੰ ਵੀ ਮਸ਼ੀਨ ਬਣਾਉਣਾ ਚਾਹੁੰਦੀਆਂ ਸਨ। ਹੁਣ ਮੈਂ ਰਮਨ ਦੀਆਂ ਇਹਨਾਂ ਗੱਲਾਂ ਦਾ ਕੀ ਜਵਾਬ ਦੇਵਾਂ। ਮੈਂ ਆਫਿਸ ਤੋਂ ਆ ਕੇ ਪੂਰੇ ਘਰ ਦੀ ਸਫਾਈ ਕਰ ਦਿੰਦਾ। ਮੈਨੂੰ ਇੰਨਾ ਹੀ ਕਾਫੀ ਸੀ ਕਿ ਉਹ ਖਾਣਾ ਬਣਾ ਦਿੰਦੀ ਹੈ। ਖਾਣਾ ਜਿਵੇਂ ਦਾ ਬਣਦਾ ਸੀ ਮੈਂ ਖਾ ਲੈਂਦਾ ਸੀ। ਸਾਡਾ ਸਭ ਕੁਝ ਠੀਕ ਤਰ੍ਹਾਂ ਨਾਲ ਚੱਲ ਰਿਹਾ ਸੀ। ਜ਼ਿੰਦਗੀ ਵਿੱਚ ਸ਼ਾਂਤੀ ਸੀ। ਪਰ ਪਤਾ ਨਹੀਂ ਅਚਾਨਕ ਕੀ ਹੋਇਆ, ਮੇਰੀ ਪਤਨੀ ਪਰੇਸ਼ਾਨ ਜਿਹੀ ਰਹਿਣ ਲੱਗੀ ਸੀ ਤੇ ਗੱਲ-ਗੱਲ 'ਤੇ ਗੁੱਸੇ ਹੋ ਜਾਂਦੀ ਸੀ। ਇੱਕ ਦਿਨ ਉਸਨੇ ਦੱਸਿਆ ਕਿ ਮੈਨੂੰ ਇੱਕ ਕੰਮ ਵਾਲੀ ਲੱਭ ਗਈ। ਮੈਂ ਕਈ ਦਿਨਾਂ ਤੋਂ ਕੰਮ ਵਾਲੀ ਨੂੰ ਹੀ ਲੱਭ ਰਹੀ ਸੀ। ਉਹ ਕਹਿਣ ਲੱਗੀ ਕਿ ਕੰਮ ਵਾਲੀ 2 ਘੰਟੇ ਲਈ ਆਇਆ ਕਰੇਗੀ ਤੇ ਘਰ ਦੀ ਸਫਾਈ ਕਰਕੇ ਚਲੇ ਜਾਇਆ ਕਰੇਗੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਹੁਣ ਮੈਨੂੰ ਘਰ ਦੀ ਸਫਾਈ ਨਹੀਂ ਕਰਨੀ ਪਵੇਗੀ, ਪਰ ਮੈਨੂੰ ਚਿੰਤਾ ਵੀ ਹੋ ਰਹੀ ਸੀ। ਮੈਂ ਕਿਹਾ, ਰਮਨ ਧਿਆਨ ਰੱਖੀ, ਨੌਕਰਾਣੀ ਘਰ ਦੀ ਸਫਾਈ ਕਰਨ ਆਉਂਦੀਆਂ ਤਾਂ ਹੈ, ਪਰ ਘਰ ਦਾ ਸਫਾਇਆ ਹੀ ਕਰ ਜਾਂਦੀਆਂ ਹਨ। ਮੇਰੀ ਗੱਲ ਸੁਣ ਕੇ ਉਹ ਹੱਸ ਪਈ ਤੇ ਕਹਿਣ ਲੱਗੀ, ਤੁਸੀਂ ਚਿੰਤਾ ਨਾ ਕਰੋ, ਅਜਿਹਾ ਕੁਝ ਨਹੀਂ ਹੋਵੇਗਾ। ਹੁਣ ਇੱਕ ਵਾਰ ਫਿਰ ਤੋਂ ਘਰ ਵਿੱਚ ਸ਼ਾਂਤੀ ਆ ਗਈ ਸੀ। ਰਮਨ ਬਹੁਤ ਖੁਸ਼ ਅਤੇ ਸਜ-ਧਜ ਕੇ ਰਹਿਣ ਲੱਗੀ ਸੀ। ਮੈਂ ਘਰ ਆਉਂਦਾ ਤਾਂ ਉਸ ਨੂੰ ਬਹੁਤ ਖੁਸ਼ ਦੇਖਦਾ। ਮੈਨੂੰ ਇਹ ਤਸੱਲੀ ਹੋ ਗਈ ਸੀ ਕਿ ਚਲੋ ਹੁਣ ਸਭ ਕੁਝ ਠੀਕ ਹੋ ਗਿਆ ਹੈ। ਪਰ ਇੱਕ ਦਿਨ ਮੈਂ ਆਪਣੇ ਆਫਿਸ ਦੀ ਜ਼ਰੂਰੀ ਫਾਈਲ ਘਰ ਵਿੱਚ ਭੁੱਲ ਗਿਆ ਸੀ। ਘਰ ਜਾ ਕੇ ਜੋ ਮੈਂ ਦੇਖਿਆ, ਉਸ ਨੂੰ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸਨ। ਇਹ ਸਭ ਮੈਂ ਸਹਿ ਨਾ ਸਕਿਆ ਤੇ ਮੈਂ ਰਮਨ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਦੇਰ ਰਾਤ ਜਦ ਮੈਂ ਘਰ ਵਾਪਸ ਆਇਆ ਤਾਂ ਰਮਨ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਮੈਂ ਪਰੇਸ਼ਾਨ ਹੋ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਸੱਚ-ਸੱਚ ਦੱਸ ਕਿ ਅੱਜ ਆਪਣੇ ਘਰ ਵਿੱਚ ਨੌਕਰਾਣੀ ਦੇ ਭੇਸ ਵਿੱਚ ਕੌਣ ਸੀ। ਤਾਂ ਉਹ ਕਹਿਣ ਲੱਗੀ ਕਿ ਤੁਹਾਨੂੰ ਮੇਰੀ ਕਸਮ ਹੈ, ਪਹਿਲਾਂ ਤੁਸੀਂ ਮੇਰੀ ਗੱਲ ਸੁਣੋ, ਫਿਰ ਮੈਂ ਤੁਹਾਨੂੰ ਉਸ ਨਾਲ ਮਿਲਵਾ ਦੇਵਾਂਗੀ। ਮੈਂ ਆਪਣੀ ਪਤਨੀ ਨੂੰ ਇੱਕ ਮੌਕਾ ਦੇ ਦਿੱਤਾ ਸੀ। ਮੈਂ ਦਿਲ ਤੋਂ ਇਹੀ ਚਾਹੁੰਦਾ ਸੀ ਕਿ ਉਹ ਮੇਰੀਆਂ ਸਾਰੀਆਂ ਸ਼ੰਕਾਵਾਂ ਨੂੰ ਝੂਠਾ ਸਾਬਤ ਕਰੇ, ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਆਪਣੇ ਹੰਝੂ ਪੂੰਝੇ ਤੇ ਕਹਿਣ ਲੱਗੀ, ਅਸੀਂ 7 ਭੈਣਾਂ ਤੇ ਇੱਕ ਭਰਾ ਸੀ। ਪਿਤਾ ਜੀ ਦਿਹਾੜੀ ਮਜ਼ਦੂਰੀ ਕਰਦੇ ਸਨ ਤੇ ਮੇਰੀ ਮਾਂ ਦਰਜੀ ਸੀ। ਮਾਂ ਦੀ ਕਮਾਈ ਨਾਲ ਸਾਡਾ ਢਿੱਡ ਭਰ ਜਾਂਦਾ ਸੀ, ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਗਏ, ਸਾਡੀ ਭੁੱਖ ਵੱਧਦੀ ਗਈ। ਹੁਣ ਘੱਟ ਭੋਜਨ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਸੀ। ਮਾਂ ਦਾਲ ਬਣਾਉਣ ਵਾਲਾ ਬਰਤਨ ਚੁੱਲ੍ਹੇ 'ਤੇ ਚੜ੍ਹਾ ਦਿੰਦੀ ਤੇ ਜੀ ਭਰ ਕੇ ਦਾਲ ਵਿੱਚ ਪਾਣੀ ਪਾ ਦਿੰਦੀ, ਪਰ ਸਾਨੂੰ ਰੋਟੀ ਹਰ ਵਾਰ ਘੱਟ ਪੈ ਜਾਂਦੀ। ਅਸੀਂ ਖਾਲੀ ਪੇਟ ਹੀ ਉੱਠ ਜਾਂਦੇ ਸੀ। ਪਰ ਜਦ ਕਈ ਦਿਨ ਸਾਨੂੰ ਇਹ ਮੁਸੀਬਤ ਸਹਿਣੀ ਪਈ ਤਾਂ ਅਸੀਂ ਸਾਰੇ ਭਾਈ ਭੈਣ ਇੱਕ ਦੂਜੇ ਦਾ ਖਾਣਾ ਚੁਰਾ ਲੈਂਦੇ ਸੀ।
ਮੇਰਾ ਸਭ ਤੋਂ ਛੋਟਾ ਭਾਈ ਅਜੈ, ਉਹ ਖਾਣਾ ਮੁੱਠੀਆਂ ਵਿੱਚ ਭਰ ਲੈਂਦਾ। ਅਸੀਂ ਉਸ ਨੂੰ ਕੁਝ ਨਹੀਂ ਕਹਿੰਦੇ ਸੀ। ਜਦ ਅਸੀਂ ਸਾਰੇ ਲੜ ਝਗੜ ਕੇ ਹਟ ਜਾਂਦੇ ਤਾਂ ਉਹ ਛੋਟੇ-ਛੋਟੇ ਹੱਥਾਂ ਵਿੱਚੋਂ ਰੋਟੀ ਦੇ ਟੁਕੜੇ ਕੱਢ ਕੇ ਮਾਂ ਨੂੰ ਖਿਲਾਉਣ ਲੱਗਦਾ। ਜਦ ਮਾਂ ਰੋਣ ਲੱਗਦੀ ਤਾਂ ਉਹ ਆਪਣੀ ਕਮੀਜ਼ ਨਾਲ ਮਾਂ ਦੇ ਹੰਝੂ ਪੂੰਝ ਦਿੰਦਾ। ਮੇਰੀ ਸਭ ਤੋਂ ਵੱਡੀ ਭੈਣ 18 ਸਾਲ ਦੀ ਸੀ ਤੇ ਮੇਰਾ ਭਰਾ 5 ਸਾਲ ਦਾ ਸੀ। ਮੇਰੀ ਭੈਣ ਵੀ ਵਿਆਹਣ ਵਾਲੀ ਹੋ ਗਈ ਸੀ, ਪਰ ਇੱਕ ਗਰੀਬ ਘਰ ਦੀ ਕੁੜੀ ਨਾਲ ਕੌਣ ਵਿਆਹ ਕਰਵਾਉਂਦਾ ਹੈ। ਹੁਣ ਸਾਨੂੰ ਆਪਣੇ ਭਾਈ ਤੋਂ ਹੀ ਉਮੀਦਾਂ ਸਨ ਕਿ ਕਦੋਂ ਜਵਾਨ ਹੋਵੇ ਤੇ ਕਦ ਸਾਡੀ ਕਿਸਮਤ ਬਦਲੇ। ਸਮਾਂ ਗੁਜ਼ਰਦਾ ਗਿਆ ਤੇ ਅਜੇ ਵੀ ਜਵਾਨ ਹੋ ਗਿਆ ਤੇ ਅਸੀਂ ਸਾਰੀਆਂ ਭੈਣਾਂ ਪੱਕੀ ਉਮਰ ਦੀਆਂ ਹੋ ਗਈਆਂ। ਜਦ ਅਸੀਂ ਆਪਣੀ ਕਿਸਮਤ 'ਤੇ ਰੋਂਦੇ ਸੀ ਤਾਂ ਮੇਰਾ ਭਰਾ ਵੀ ਮੇਰੀ ਸਭ ਤੋਂ ਵੱਡੀ ਭੈਣ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ। ਮੇਰੀ ਮਾਂ ਅਜੀ ਨੂੰ ਬਹੁਤ ਸਮਝਾਉਂਦੀ ਕਿ ਤੂੰ ਇੱਕ ਮਰਦ ਆਂ। ਜਦ ਇੱਕ ਔਰਤ ਕਿਸੇ ਮਰਦ ਦੇ ਸਾਹਮਣੇ ਅਸਹਾਈ ਹੋ ਕੇ ਹੰਝੂ ਵਹਾਉਂਦੀ ਹੈ ਤਾਂ ਮਰਦ ਆਪਣੀ ਹਿੰਮਤ ਜੁਟਾ ਕੇ ਉਸ ਦੇ ਹੰਝੂ ਪੂੰਝ ਦਿੰਦਾ ਹੈ, ਖੁਦ ਰੋਣ ਨਹੀਂ ਬੈਠ ਜਾਂਦਾ। ਪਰ ਅਜੇ ਨੂੰ ਇਹ ਗੱਲਾਂ ਕਿੱਥੇ ਸਮਝ ਆਉਂਦੀਆਂ ਸਨ। ਉਸ ਵਿਚਾਰੇ ਦੇ ਵੀ ਸਾਡੀ ਤਰ੍ਹਾਂ ਹੀ ਨਸੀਬ ਫੁੱਟੇ ਹੋਏ ਸਨ। ਉਹ ਪੜ੍ਹਾਈ ਤੋਂ ਵੀ ਦੂਰ ਰਿਹਾ ਤੇ ਹੁਨਰ ਤੋਂ ਵੀ। ਜਦ ਉਹ 17 ਸਾਲ ਦਾ ਹੋ ਗਿਆ ਤਾਂ ਮਾਂ ਨੇ ਉਸ ਨੂੰ ਬਿਜਲੀ ਦਾ ਕੰਮ ਸਿੱਖਣ ਲਈ ਲਗਾ ਦਿੱਤਾ ਸੀ, ਪਰ ਤਦ ਤੱਕ ਉਸ ਕੋਲ ਕੰਮ ਸਿੱਖਣ ਲਈ ਸਮਾਂ ਹੀ ਨਹੀਂ ਬਚਿਆ ਸੀ। ਮਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਬਹੁਤ ਕਮਜ਼ੋਰ ਹੋ ਗਈ ਸੀ। ਉਹ ਹੁਣ ਸਿਲਾਈ ਨਹੀਂ ਕਰ ਸਕਦੇ ਸਨ ਤੇ ਵੱਡੀ ਭੈਣ ਵੀ ਸਿਲਾਈ ਤੋਂ ਪਿੱਛੇ ਹਟ ਗਈ ਸੀ। ਪਿਤਾ ਜੀ ਸ਼ਾਮ ਨੂੰ ਮਸਤ ਸ਼ਰਾਬ ਪੀ ਕੇ ਘਰ ਆਉਂਦੇ ਤੇ ਬਿਸਤਰ ਤੇ ਡਿੱਗ ਜਾਂਦੇ। ਮਾਂ ਰਾਤ ਨੂੰ ਰੋ ਰਹੀ ਸੀ। ਅਜੇ ਉੱਠ ਕੇ ਉਹਨਾਂ ਕੋਲ ਗਿਆ ਤੇ ਗਲੇ ਲਗਾ ਕੇ ਰੋਣ ਲੱਗਾ। ਫਿਰ ਸਵੇਰ ਹੋਈ ਤਾਂ ਉਸਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਕਿ ਉਹ ਬਿਜਲੀ ਦਾ ਕੰਮ ਨਹੀਂ ਸਿੱਖੇਗਾ, ਦਿਹਾੜੀ ਮਜ਼ਦੂਰੀ ਕਰਕੇ ਮਿਹਨਤ ਕਰੇਗਾ। ਸਮੇਂ ਦੀ ਮੰਗ ਵੀ ਇਹੀ ਸੀ, ਇਸ ਲਈ ਅਸੀਂ ਸਾਰੇ ਚੁੱਪ ਰਹੇ। ਹੁਣ ਇੱਕ ਲੜਕਾ ਰੋਜ਼ ਅਜੇ ਦੇ ਨਾਲ ਸਾਡੇ ਘਰ ਆਉਂਦਾ ਸੀ। ਉਸ ਦਾ ਨਾਮ ਅਮਰ ਸੀ। ਉਹ ਅਜੇ ਤੋਂ ਉਮਰ ਵਿੱਚ ਕਾਫੀ ਵੱਡਾ ਸੀ, ਸ਼ਾਇਦ ਉਹ ਮੇਰੇ ਤੋਂ ਵੀ 2-3 ਸਾਲ ਵੱਡਾ ਹੀ ਹੋਣਾ। ਉਹ ਮਾਂ ਨੂੰ ਹਰ ਵਕਤ ਦਿਲਾਸਾ ਦਿੰਦਾ ਕਿ ਤੁਸੀਂ ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ। ਉਹ ਚੋਰੀ-ਚੋਰੀ ਮੈਨੂੰ ਦੇਖਦਾ ਰਹਿੰਦਾ ਤੇ ਮੈਂ ਉਸ ਨੂੰ ਚੰਗੀ ਲੱਗਣ ਲੱਗੀ ਸੀ ਤੇ ਉਸਨੇ ਮੈਨੂੰ ਕਿਹਾ ਸੀ ਕਿ ਜਦ ਉਸਦੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਉਹ ਮੈਨੂੰ ਆਪਣੀ ਦੁਲਹਨ ਬਣਾ ਕੇ ਆਪਣੇ ਘਰ ਲੈ ਜਾਵੇਗਾ। ਪਰ ਫਿਰ ਇੱਕ ਦਿਨ ਉਹ ਗਾਇਬ ਹੋ ਗਿਆ। ਮੈਨੂੰ ਉਮੀਦ ਸੀ ਕਿ ਉਹ ਇੱਕ ਦਿਨ ਜ਼ਰੂਰ ਵਾਪਸ ਆਵੇਗਾ। ਇਸੇ ਦੌਰਾਨ ਅਜੇ ਵੀ ਪੂਰਾ ਦਿਨ ਘਰ ਤੋਂ ਗਾਇਬ ਰਹਿੰਦਾ ਸੀ। ਹੁਣ ਤਾਂ ਉਹ ਰਾਤ ਵੀ ਬਾਹਰ ਹੀ ਗੁਜ਼ਾਰਨ ਲੱਗਾ ਸੀ। ਇੱਕ ਦਿਨ ਉਹ ਰੋਜ਼ ਦੀ ਤਰ੍ਹਾਂ ਘਰ ਤੋਂ ਨਿਕਲਿਆ ਤੇ ਮੁੜ ਕੇ ਵਾਪਸ ਆਇਆ ਹੀ ਨਹੀਂ। ਮਾਂ ਤੇ ਸਾਡਾ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਅਸੀਂ ਬਹੁਤ ਦੁਖੀ ਰਹਿਣ ਲੱਗੇ ਸੀ। ਕਈ ਦਿਨਾਂ ਤੋਂ ਸਾਨੂੰ ਖਾਣਾ ਨਸੀਬ ਨਹੀਂ ਹੋਇਆ ਸੀ, ਜਿਸ ਕਰਕੇ ਅਸੀਂ ਸਾਰੇ ਕਮਜ਼ੋਰ ਹੋ ਗਏ। ਮੇਰੀ ਵੱਡੀ ਭੈਣ ਪੌੜੀਆਂ ਚੜ੍ਹਦੇ ਹੋਏ ਚੱਕਰ ਖਾ ਕੇ ਡਿੱਗ ਪਈ। ਉਸਦੇ ਸਿਰ ਵਿੱਚ ਗਹਿਰੀ ਚੋਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਉਸਦੀ ਮੌਤ 'ਤੇ ਨਾ ਮੇਰੀ ਮਾਂ ਰੋਈ ਤੇ ਨਾ ਅਸੀਂ ਭੈਣਾਂ। ਮਾਂ ਬੋਲੀ ਕਿ ਉਸਦੀ ਭੁੱਖ ਮਰ ਗਈ। 1 ਮਹੀਨਾ ਬੀਤ ਗਿਆ ਸੀ ਤੇ ਫਿਰ ਇੱਕ ਦਿਨ ਅਜੇ ਘਰ ਵਾਪਸ ਆ ਗਿਆ। ਉਹ ਬਹੁਤ ਸਾਰੇ ਪੈਸੇ ਲੈ ਕੇ ਆਇਆ ਸੀ ਤੇ ਉਹ ਇੱਕ ਨੀਲੀ ਸ਼ਾਲ ਵੀ ਲੈ ਕੇ ਆਇਆ ਸੀ ਤੇ ਕਹਿਣ ਲੱਗਿਆ ਕਿ ਵੱਡੀ ਦੀਦੀ ਲਈ ਲੈ ਕੇ ਆਇਆ। ਮਾਂ ਨੇ ਕਿਹਾ ਕਿ ਪੁੱਤ, ਉਹ ਤਾਂ ਹੁਣ ਇਸ ਨੂੰ ਲੈਣ ਲਈ ਇਸ ਦੁਨੀਆ ਤੇ ਨਹੀਂ ਰਹੀ। ਉਹ ਪਰੇਸ਼ਾਨ ਹੋ ਕੇ ਸਾਡੇ ਮੂੰਹ ਵੱਲ ਵੇਖਣ ਲੱਗਾ। ਫਿਰ ਉਹ ਕਹਿਣ ਲੱਗਿਆ ਕਿ ਮਾਂ, ਵੱਡੀ ਦੀਦੀ ਕਿਉਂ ਮਰ ਗਈ? ਇਸ ਨਾਲੋਂ ਤਾਂ ਪਿਤਾ ਜੀ ਮਰ ਜਾਂਦੇ ਤਾਂ ਚੰਗਾ ਹੁੰਦਾ। ਹੁਣ ਉਹ ਗੱਲ-ਗੱਲ ਤੇ ਰੋਂਦਾ ਨਹੀਂ ਸੀ। ਉਸਦੇ ਘਰ ਆਉਣ ਨਾਲ ਹੁਣ ਸਾਡੇ ਘਰ ਖਾਣ ਦੀ ਕੋਈ ਕਮੀ ਨਹੀਂ ਰਹੀ ਸੀ। ਉਹ ਮਾਂ ਨੂੰ ਕਹਿਣ ਲੱਗਿਆ ਕਿ ਮਾਂ, ਮੈਂ ਇੱਕ ਬਿਜ਼ਨਸ ਕਰਨ ਲੱਗਿਆ ਹਾਂ। ਮਾਂ ਨੇ ਭਗਵਾਨ ਦਾ ਸ਼ੁਕਰੀਆ ਅਦਾ ਕੀਤਾ। ਹੁਣ ਅਜੇ ਦੇ ਦਿਨ ਰਾਤ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀ। ਉਹ ਕਦੇ ਰਾਤ ਨੂੰ ਕੰਮ 'ਤੇ ਨਿਕਲ ਜਾਂਦਾ ਤੇ ਕਦੇ ਸਵੇਰੇ। ਅਸੀਂ ਸਾਰੇ ਪੇਟ ਭਰ ਕੇ ਖਾਣਾ ਖਾਣ ਤੋਂ ਬਾਅਦ ਅਜੇ ਨੂੰ ਦੁਆਵਾਂ ਦਿੰਦੀਆਂ। ਅਜੇ ਨੇ ਮਾਂ ਨੂੰ ਕਿਹਾ ਕਿ ਜਦੋਂ ਮੈਂ ਕੰਮ ਕਰਕੇ ਬਾਹਰ ਤੋਂ ਘਰ ਆਉਂਦਾ ਹਾਂ ਤਾਂ ਮੈਨੂੰ ਕੋਈ ਨਾ ਬੁਲਾਵੇ। ਉਹ ਜਦ ਘਰ ਆਉਂਦਾ ਤਾਂ ਮੂੰਹ ਲੁਕੋ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਉਹ ਫਿਰ ਬਾਹਰ ਖੁਸ਼ ਹੋ ਕੇ ਆਉਂਦਾ। ਉਸਦੇ ਦਿਨ ਅਤੇ ਰਾਤ ਦਾ ਬਿਜ਼ਨਸ ਸਾਡੀ ਸਮਝ ਤੋਂ ਪਰੇ ਸੀ। ਹੁਣ ਇਹ ਹੋਇਆ ਕਿ ਜਦ ਪੇਟ ਭਰਨ ਲੱਗਿਆ ਤਾਂ ਅਕਲ ਵੀ ਜਾਗ ਉੱਠੀ ਸੀ। ਮਾਂ ਨੂੰ ਅਜੇ ਦੀ ਫਿਕਰ ਹੋਣ ਲੱਗੀ ਸੀ। ਜਦ ਮਾਂ ਉਸਨੂੰ ਉਸਦੇ ਕੰਮ ਬਾਰੇ ਪੁੱਛਦੀ ਤਾਂ ਉਹ ਟਾਲ ਦਿੰਦਾ। ਇੱਕ ਦਿਨ ਜਦ ਪਿਤਾ ਜੀ ਘਰ ਆਏ ਤਾਂ ਉਹ ਨਸ਼ੇ ਵਿੱਚ ਨਹੀਂ ਸੀ। ਅਸੀਂ ਸਾਰੇ ਬੜੇ ਹੈਰਾਨ ਹੋਏ। ਉਹਨਾਂ ਨੇ ਘਰ ਆ ਕੇ ਅਜੇ ਨੂੰ ਜ਼ੋਰ-ਜ਼ੋਰ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾ। ਅਜੇ ਜਿਵੇਂ ਹੀ ਆਪਣੇ ਕਮਰੇ 'ਚੋਂ ਬਾਹਰ ਆਇਆ, ਪਿਤਾ ਜੀ ਨੇ ਉਸ 'ਤੇ ਥੱਪੜ ਲਗਾਉਣੇ ਸ਼ੁਰੂ ਕਰ ਦਿੱਤੇ। ਪਿਤਾ ਜੀ ਕਹਿਣ ਲੱਗੇ,
ਇਸ ਬੇਸ਼ਰਮ ਨੇ ਤਾਂ ਮੇਰਾ ਨਾਮ ਹੀ ਡੁਬੋ ਦਿੱਤਾ ਹੈ। ਮਾਂ ਨੇ ਕਿਹਾ, ਜਿਹੜਾ ਇਨਸਾਨ ਖੁਦ ਨਸ਼ੇ ਵਿੱਚ ਡੁੱਬਿਆ ਹੋਇਆ ਹੈ ਉਸ ਦਾ ਨਾਮ ਕੋਈ ਕੀ ਡੁਬੋਵੇਗਾ। ਪਿਤਾ ਜੀ ਨੇ ਕਿਹਾ ਕਿ ਅਜੇ ਤੁਹਾਨੂੰ ਹਰਾਮ ਦਾ ਖਾਣਾ ਖਿਲਾ ਰਿਹਾ ਹੈ। ਮਾਂ ਵੀ ਅੱਜ ਰੁਕਣ ਵਾਲੀ ਨਹੀਂ ਸੀ। ਉਹ ਕਹਿਣ ਲੱਗੀ, ਤੂੰ ਤਾਂ ਅੱਜ ਤੱਕ ਸਾਨੂੰ ਇੱਕ ਨਿਵਾਲਾ ਵੀ ਨਹੀਂ ਖਿਲਾਇਆ, ਭਾਵੇਂ ਉਹ ਹਰਾਮ ਦਾ ਹੀ ਕਿਉਂ ਨਾ ਹੋਵੇ। ਪਿਤਾ ਜੀ ਅਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਉਹ ਉਸ ਨੂੰ ਘਰ ਤੋਂ ਕੱਢਣਾ ਚਾਹੁੰਦੇ ਸਨ, ਪਰ ਮਾਂ ਆਪਣੀ ਜਿੱਦ 'ਤੇ ਅੜੀ ਹੋਈ ਸੀ। ਪਰ ਜਦ ਪਿਤਾ ਜੀ ਨੇ ਮਾਂ ਨੂੰ ਤਲਾਕ ਦੀ ਧਮਕੀ ਦਿੱਤੀ ਤਾਂ ਮਾਂ ਨੇ ਇੱਕ ਨਜ਼ਰ ਆਪਣੀ ਅੱਧੀ ਦਰਜਨ ਅਣਵਿਆਹੀਆਂ ਕੁੜੀਆਂ 'ਤੇ ਘੁਮਾਈ ਤੇ ਫਿਰ ਚੁੱਪ ਹੋ ਕੇ ਬੈਠ ਗਈ। ਉਸ ਦਿਨ ਪਿਤਾ ਜੀ ਨੇ ਅਜੇ ਨੂੰ ਅਪਮਾਨਿਤ ਕਰਕੇ ਘਰ ਤੋਂ ਕੱਢ ਦਿੱਤਾ, ਪਰ ਅਜੇ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਤੇ ਨਾ ਹੀ ਕੋਈ ਉਦਾਸੀ ਸੀ। ਅਜੇ ਘਰ ਛੱਡ ਕੇ ਚਲਾ ਗਿਆ ਸੀ। ਮਾਂ ਨੇ ਪਿਤਾ ਜੀ ਨੂੰ ਪੁੱਛਿਆ ਕਿ ਮੇਰੇ ਬੇਟੇ ਦਾ ਕਸੂਰ ਕੀ ਸੀ। ਪਿਤਾ ਜੀ ਨੇ ਮਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਘਰ ਤੋਂ ਚਲੇ ਗਏ। ਅਜੇ ਨੇ ਘਰ ਤਾਂ ਛੱਡ ਦਿੱਤਾ ਸੀ, ਪਰ ਉਸ ਨੇ ਸਾਡੇ ਤੋਂ ਹੱਥ ਪਿੱਛੇ ਨਹੀਂ ਖਿੱਚਿਆ ਸੀ। ਉਹ ਮਾਂ ਨੂੰ ਹਰ ਮਹੀਨੇ ਚੰਗੀ ਰਕਮ ਭੇਜ ਦਿੰਦਾ ਸੀ। ਉਸ ਦੇ ਪੈਸੇ ਨਾਲ ਮਾਂ ਨੇ ਨਵੇਂ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਇਲਾਕੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਿ ਅਸੀਂ ਕੀ ਸਹਿ ਕੇ ਆਏ ਹਾਂ। ਅਸੀਂ ਤਾਂ ਸਾਰਿਆਂ ਦੀ ਨਿਗਾਹ ਵਿੱਚ ਖਾਨਦਾਨੀ ਬਣ ਗਏ ਸੀ। ਫਿਰ ਮਾਂ ਨੇ ਸਾਡੇ ਲਈ ਰਿਸ਼ਤੇ ਲੱਭੇ ਤੇ ਸਾਡੇ ਵਿਆਹ ਕਰਵਾ ਦਿੱਤੇ। ਸਾਨੂੰ ਨਹੀਂ ਪਤਾ ਕਿ ਅਜੇ ਕਿੱਥੇ ਹੈ ਤੇ ਕਿਸ ਹਾਲ ਵਿੱਚ ਹੈ। ਪਰ ਕੱਲ੍ਹ ਜਦ ਮੈਂ ਬਾਜ਼ਾਰ ਗਈ ਤਾਂ ਮੇਰੀ ਮੁਲਾਕਾਤ ਅਜੇ ਦੇ ਦੋਸਤ ਅਮਰ ਨਾਲ ਹੋਈ। ਉਹ ਅਜੇ ਲਈ ਬਹੁਤ ਚਿੰਤਿਤ ਸੀ। ਉਸਨੇ ਹੱਥ ਜੋੜ ਕੇ ਮੈਨੂੰ ਬੇਨਤੀ ਕੀਤੀ ਕਿ ਮੈਂ ਅਜੇ ਨੂੰ ਮਿਲ ਲਵਾਂ, ਨਹੀਂ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇਗਾ। ਅਜੀਤ, ਪਲੀਜ਼ ਤੁਸੀਂ ਮੈਨੂੰ ਅਜੇ ਦੇ ਕੋਲ ਲੈ ਚੱਲੋ। ਮੈਂ ਰਮਨ ਦੀਆਂ ਗੱਲਾਂ ਨਾਲ ਚਕਰਾ ਚੁੱਕਿਆ ਸੀ। ਜਦ ਉਸਨੇ ਹੱਥ ਜੋੜ ਕੇ ਮੇਰੇ ਅੱਗੇ ਬੇਨਤੀ ਕੀਤੀ ਸੀ ਤਾਂ ਮੈਂ ਮੱਥੇ 'ਤੇ ਤਿਉੜੀ ਪਾਉਂਦੇ ਹੋਏ ਕਿਹਾ, ਮੈਂ ਤੈਨੂੰ ਸਿਰਫ ਇੰਨਾ ਪੁੱਛਿਆ ਸੀ ਕਿ ਅੱਜ ਜੋ ਕੰਮ ਵਾਲੀ ਆਈ ਸੀ ਉਸ ਦੀ ਹਕੀਕਤ ਕੀ ਹੈ। ਤਾਂ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਸਭ ਸੱਚ ਦੱਸ ਦੇਵਾਂਗੀ, ਪਰ ਮੈਨੂੰ ਡਰ ਹੈ ਕਿ ਅਸਲੀਅਤ ਜਾਣਨ ਤੋਂ ਬਾਅਦ ਤੁਸੀਂ ਮੈਨੂੰ ਤਲਾਕ ਦੇ ਦੇਵੋਗੇ। ਪਰ ਇਸ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਮਿਲ ਕੇ ਅਜੇ ਨੂੰ ਲੱਭ ਲਓ ਪਲੀਜ਼। ਫਿਰ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗੀ। ਹਰ ਵਾਰ ਦੀ ਤਰ੍ਹਾਂ ਮੈਂ ਰਮਨ ਦੀ ਗੱਲ ਮੰਨ ਲਈ ਸੀ। ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਮੈਂ ਅਜੇ ਨੂੰ ਲੱਭ ਕੇ ਜ਼ਰੂਰ ਲਿਆਵਾਂਗਾ। ਮੈਨੂੰ ਅਮਰ ਵੀ ਯਾਦ ਸੀ। ਰਮਨ ਨੇ ਖੁਦ ਕਬੂਲ ਕਰ ਲਿਆ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਸੀ। ਸਭ ਤੋਂ ਪਹਿਲਾਂ ਮੈਂ ਅਮਰ ਨੂੰ ਲੱਭਣਾ ਸੀ, ਜਿਹੜਾ ਰਮਨ ਨੂੰ ਮਾਰਕੀਟ ਵਿੱਚ ਮਿਲਿਆ ਸੀ, ਪਰ ਉਹ ਰਮਨ ਨੂੰ ਮਿਲਣ ਤੋਂ ਬਾਅਦ ਕਿਤੇ ਗਾਇਬ ਹੋ ਗਿਆ ਸੀ। ਮੈਂ ਅਮਰ ਅਤੇ ਅਜੇ ਦਾ ਪਤਾ ਲਗਾਉਣ ਲਈ ਆਪਣੇ ਸਾਰੇ ਸੰਪਰਕਾਂ ਦਾ ਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜੋ ਗੱਲਾਂ ਮੈਨੂੰ ਪਤਾ ਲੱਗ ਰਹੀਆਂ ਸਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ ਸਨ। ਅਮਰ ਅਤੇ ਅਜੇ ਨੂੰ ਜਿਸ ਕੰਮ ਲਈ ਲੋਕ ਜਾਣਦੇ ਸਨ, ਜੇ ਉਸ ਨੂੰ ਰਮਨ ਆਪਣੇ ਕੰਨਾਂ ਨਾਲ ਸੁਣਦੀ ਤਾਂ ਮਰ ਹੀ ਜਾਂਦੀ। ਮੈਂ ਉਹਨਾਂ ਦੀ ਖੋਜ ਜਾਰੀ ਰੱਖੀ। ਆਖਰਕਾਰ ਮੈਂ ਉਹਨਾਂ ਦੇ ਫਲੈਟ ਬਾਰੇ ਜਾਣਨ ਵਿੱਚ ਕਾਮਯਾਬ ਹੋ ਗਿਆ। ਸ਼ਾਮ ਹੁੰਦੇ ਹੀ ਜਦੋਂ ਮੈਂ ਆਫਿਸ ਤੋਂ ਘਰ ਵਾਪਸ ਆਇਆ ਤਾਂ ਮੈਂ ਰਮਨ ਨੂੰ ਕਿਹਾ ਕਿ ਰਮਨ, ਤਿਆਰ ਹੋ ਜਾ, ਆਪਾਂ ਅੱਜ ਅਜੇ ਨੂੰ ਮਿਲਣ ਜਾਵਾਂਗੇ। ਮੇਰੀ ਗੱਲ ਸੁਣ ਕੇ ਉਹ ਖੁਸ਼ੀ ਨਾਲ ਉੱਛਲ ਪਈ। ਉਸਨੇ ਤੁਰੰਤ ਸਿਰ 'ਤੇ ਦੁਪੱਟਾ ਲਿਆ ਤੇ ਕਹਿਣ ਲੱਗੀ, ਚਲੋ ਚੱਲੀਏ। ਅਸੀਂ ਇੱਕ ਫਲੈਟ ਦੇ ਸਾਹਮਣੇ ਖੜੇ ਸੀ। ਮੈਂ ਡੋਰਬੈਲ ਵਜਾਈ ਤਾਂ ਅਮਨ ਨੇ ਦਰਵਾਜ਼ਾ ਖੋਲ੍ਹਿਆ ਸੀ। ਉਹ ਮੈਨੂੰ ਨਹੀਂ ਜਾਣਦਾ ਸੀ, ਇਸ ਲਈ ਉਸਨੇ ਕਿਹਾ ਕਿ ਅੱਜ ਕੱਲ੍ਹ ਅਜੇ ਕੋਈ ਸ਼ੋਅ ਨਹੀਂ ਕਰ ਰਿਹਾ ਹੈ, ਇਸ ਲਈ ਤੁਸੀਂ ਜਾਓ। ਅਮਰ ਦਾ ਹੁਲੀਆ ਔਰਤਾਂ ਵਾਲਾ ਸੀ। ਤਦੇ ਮੇਰੇ ਪਿੱਛੇ ਤੋਂ ਰਮਨ ਸਾਹਮਣੇ ਆਈ ਤਾਂ ਅਮਰ ਪਿੱਛੇ ਹਟ ਗਿਆ। ਫਿਰ ਅਸੀਂ ਅੰਦਰ ਚਲੇ ਗਏ। ਅਜੇ ਸਾਹਮਣੇ ਲੁੱਬੀ ਵਿੱਚ ਹੀ ਬੈਠਾ ਸੀ। ਉਸ ਦੇ ਸੋਫੇ ਦੇ ਸਾਹਮਣੇ ਟੇਬਲ 'ਤੇ ਕਈ ਤਰ੍ਹਾਂ ਦੇ ਨਸ਼ੇ ਪਏ ਹੋਏ ਸੀ। ਇਸ ਸਮੇਂ ਵੀ ਉਹ ਨਸ਼ੇ ਵਿੱਚ ਹੀ ਸੀ। ਰਮਨ ਨੂੰ ਦੇਖਦੇ ਹੀ ਉਸਨੇ ਅਮਨ ਨੂੰ ਇਸ਼ਾਰਾ ਕੀਤਾ ਕਿ ਇਹ ਸਭ ਚੀਜ਼ਾਂ ਉਹ ਇੱਥੋਂ ਚੁੱਕ ਦੇਵੇ। ਉਹ ਆਪਣੀ ਭੈਣ ਨੂੰ ਮਿਲਿਆ ਵੀ ਨਹੀਂ। ਉਹ ਬੜੀ ਹੀ ਕਠੋਰ ਆਵਾਜ਼ ਵਿੱਚ ਬੋਲਿਆ, ਕੀ ਕਰਨਾ ਹੀ ਹੈ ਇੱਥੇ? ਰਮਨ ਅਜੇ ਨੂੰ ਇਸ ਹਾਲਤ ਵਿੱਚ ਦੇਖ ਕੇ ਰੋ ਪਈ ਸੀ। ਤੇਰੀ ਇਹ ਹਾਲਤ ਕਿਵੇਂ ਹੋਈ ਮੇਰੇ ਭਾਈ? ਅਜੇ ਵੀ ਰੋ ਪਿਆ ਸੀ ਤੇ ਬੋਲਿਆ, ਕੀ ਸੁਣੇਂਗੀ ਤੂੰ? ਰਹਿਣ ਦੇ। ਕਿੱਥੇ ਤੋਂ ਸ਼ੁਰੂ ਕਰਾਂ ਤੇ ਕਿੱਥੇ ਖ਼ਤਮ ਕਰਾਂ? ਕੀ ਤੂੰ ਇਹ ਸੁਣਨ ਆਈ ਹੈ ਕਿ ਅਜੇ ਕਾਨਪੁਰ ਸ਼ਹਿਰ ਦਾ ਸਭ ਤੋਂ ਮਸ਼ਹੂਰ ਕਿੰਨਰ ਹੈ? ਅਜੇ ਦੀ ਗੱਲ ਸੁਣ ਕੇ ਰਮਨ ਤੜਫ ਉੱਠੀ ਸੀ। ਤੈਨੂੰ ਯਾਦ ਹੈ ਨਾ ਕਿ ਵੱਡੀ ਦੀਦੀ ਭੁੱਖ ਨਾਲ ਮਰ ਗਈ ਸੀ? ਤੈਨੂੰ ਤਾਂ ਯਾਦ ਹੀ ਹੋਵੇਗਾ, ਪਰ ਤੂੰ ਇਹ ਨਹੀਂ ਜਾਣਦੀ ਕਿ ਤੇਰਾ ਭਾਈ ਅਜੇ ਵੀ ਭੁੱਖ ਨਾਲ ਮਰ ਗਿਆ ਸੀ। ਉਸ ਦੇ ਸਰੀਰ ਵਿੱਚ ਇੱਕ ਨਵੀਂ ਆਤਮਾ ਪੈਦਾ ਹੋ ਗਈ ਸੀ, ਇੱਕ ਕਿੰਨਰ ਦੀ ਆਤਮਾ। ਘਰ ਵਿੱਚ ਗਰੀਬੀ ਸੀ, ਇਸ ਲਈ ਮੈਨੂੰ ਅਮਰ ਨੇ ਰਾਤ ਨੂੰ ਲਿਪਸਟਿਕ ਲਗਾ ਕੇ ਭੀਖ ਮੰਗਣ ਲਈ ਕਿਹਾ। ਮੈਂ ਉਸ ਦੀ ਗੱਲ ਮੰਨ ਲਈ, ਪਰ ਉਸ ਰਾਤ ਭੀਖ ਨਹੀਂ ਮਿਲੀ ਸੀ। ਤਾਨੇ ਮਿਲੇ ਸੀ ਤੇ ਘਟੀਆ ਸੁਝਾਅ ਸੁਣਨ ਨੂੰ ਮਿਲੇ ਸਨ।
ਮੇਰੀ ਅੰਤਰ-ਆਤਮਾ ਤਾਂ ਉਸੀ ਰਾਤ ਨੂੰ ਬਰਬਾਦ ਹੋ ਗਈ ਸੀ। ਹੁਣ ਮੈਂ ਤੇ ਅਮਰ ਰਾਤ ਨੂੰ ਮੇਕਅਪ ਕਰਕੇ ਭੀਖ ਮੰਗਦੇ ਸੀ। ਇੱਕ ਰਾਤ ਸਾਨੂੰ ਕਿੰਨਰਾ ਦੇ ਗੁਰੂ ਨੇ ਅਗਵਾ ਕਰ ਲਿਆ ਸੀ। ਉਹਨਾਂ ਨੇ ਸਾਨੂੰ ਕਈ ਦਿਨ ਭੁੱਖੇ ਰੱਖਿਆ ਤੇ ਮਾਰਿਆ ਵੀ। ਉਹ ਗੁੱਸੇ ਵਿੱਚ ਸੀ ਕਿ ਅਸੀਂ ਕਿਉਂ ਉਹਨਾਂ ਦੀਆਂ ਸੀਮਾਵਾਂ ਦੀ ਉਲੰਘਣਾ ਕੀਤੀ ਹੈ। ਅਸੀਂ ਪੁਰਸ਼ ਹੋ ਕੇ ਵੀ ਕਿਉਂ ਤੀਜੇ ਜੀਣ ਦੇ ਹੱਕ ਨੂੰ ਲੁੱਟ ਰਹੇ ਹਾਂ। ਭਲਾ ਇਹ ਕੀ ਗੱਲ ਹੋਈ ਰਮਨ? ਭੀਖ ਮੰਗਣਾ ਵੀ ਕਿਸੇ ਦਾ ਹੱਕ ਹੁੰਦਾ ਹੈ ਕਿ? ਜਦ ਅਸੀਂ ਉਹਨਾਂ ਦੇ ਗੁਰੂ ਨੂੰ ਆਪਣੇ ਹਾਲਾਤ ਦੱਸੇ ਤਾਂ ਉਸ ਦਾ ਦਿਲ ਨਰਮ ਪੈ ਗਿਆ। ਉਸ ਨੇ 1 ਮਹੀਨੇ ਬਾਅਦ ਸਾਨੂੰ ਪੈਸੇ ਵਗੈਰਾ ਦੇ ਕੇ ਭੇਜ ਦਿੱਤਾ ਸੀ। ਪਰ ਜਦ ਮੈਂ ਘਰ ਆਇਆ ਤਾਂ ਮੇਰੀ ਵੱਡੀ ਭੈਣ ਭੁੱਖ ਨਾਲ ਮਰ ਚੁੱਕੀ ਸੀ। ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੈਂ ਸੋਚਦਾ ਸੀ ਕਿ ਕਿਤੇ ਤੁਸੀਂ ਵੀ 6 ਜਣੀਆਂ ਭੁੱਖ ਨਾਲ ਨਾ ਮਰ ਜਾਓ। ਇਸ ਲਈ ਮੈਂ ਰੋਜ਼ ਰਾਤ ਨੂੰ ਮੇਕਅਪ ਕਰਕੇ ਭੀਖ ਮੰਗਦਾ ਰਿਹਾ। ਮੈਨੂੰ ਚੰਗੇ ਪੈਸੇ ਮਿਲਣ ਲੱਗੇ ਸੀ ਤੇ ਘਰ ਦੇ ਹਾਲਾਤ ਵੀ ਸੁਧਰਨ ਲੱਗੇ ਸੀ। ਪਰ ਹਮੇਸ਼ਾ ਹਰਾਮ ਦੀ ਪੀਣ ਵਾਲੇ ਮੇਰੇ ਪਿਤਾ ਜੀ ਨੂੰ ਮੇਰੀ ਕਮਾਈ ਹਰਾਮ ਦੀ ਕਿਵੇਂ ਲੱਗ ਗਈ? ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਮੈਂ ਕਿੰਨਰ ਬਣ ਕੇ ਸੜਕ 'ਤੇ ਭੀਖ ਮੰਗਦਾ ਹਾਂ। ਉਸ ਨੇ ਮੈਨੂੰ ਘਰ ਤੋਂ ਕੱਢ ਦਿੱਤਾ ਸੀ। ਇਸ ਲਈ ਮੈਂ ਜਿੱਦ 'ਤੇ ਆ ਗਿਆ ਤੇ ਵਾਪਸ ਉਸ ਗੁਰੂ ਕੋਲ ਚਲਿਆ ਗਿਆ ਜਿਸ ਨੇ ਮੈਨੂੰ ਅਗਵਾ ਕੀਤਾ ਸੀ। ਮੈਂ ਉਸ ਨੂੰ ਕਿਹਾ ਕਿ ਗੁਰੂ ਮੈਨੂੰ ਆਪਣੇ ਨਾਲ ਮਿਲਾ ਲਓ। ਤਾਂ ਉਹ ਮੇਰੀ ਗੱਲ 'ਤੇ ਹੱਸਣ ਲੱਗਿਆ ਸੀ। ਉਸ ਦੇ ਸ਼ਬਦ ਮੈਨੂੰ ਅੱਜ ਵੀ ਯਾਦ ਹਨ। ਉਹ ਕਹਿ ਰਿਹਾ ਸੀ, ਜੇ ਤੂੰ ਨੱਚਣਾ ਤੇ ਗਾਉਣਾ ਸਿੱਖ ਲਿਆ ਨਾ ਤਾਂ ਤੂੰ ਬਹੁਤ ਅੱਗੇ ਜਾਵੇਂਗਾ। ਫਿਰ ਮੈਂ ਸਭ ਕੁਝ ਸਿੱਖ ਲਿਆ, ਅਦਾਵਾਂ, ਨਾਚ, ਗਾਣਾ। ਮੈਂ ਆਪਣੇ ਸ਼ਰਾਬੀ ਬਾਪ ਦੇ ਹੱਥੋਂ ਮਜਬੂਰ ਹੋ ਕੇ ਮਰਦ ਤੋਂ ਕਿੰਨਰ ਬਣ ਗਿਆ ਸੀ। ਪੂਰੇ ਸ਼ਹਿਰ ਵਿੱਚ ਮੇਰੇ ਨਾਮ ਦਾ ਡੰਕਾ ਵੱਜਣ ਲੱਗਿਆ। ਲੋਕ ਮੈਨੂੰ ਦੂਰ ਦੂਰ ਤੋਂ ਆਪਣੀ ਸ਼ਾਦੀ ਵਿਆਹਾਂ ਦੇ ਸਮਾਗਮਾਂ ਵਿੱਚ ਬੁਲਾਉਂਦੇ ਸਨ। ਮੈਂ ਜਾਂਦਾ ਤੇ ਨਾਚ ਕਰਕੇ ਖੂਬ ਪੈਸੇ ਕਮਾਉਂਦਾ ਸੀ। ਫਿਰ ਉਹ ਪੈਸਾ ਆਪਣੇ ਸਾਹਮਣੇ ਰੱਖਦਾ ਤੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਆਪ ਨੂੰ ਮਾਰਦਾ ਤੇ ਗਾਲਾਂ ਦਿੰਦਾ ਕਿ ਮੈਂ ਕਿਹੋ ਜਿਹਾ ਮਰਦ ਹਾਂ। ਹਾਲਾਤਾਂ ਤੋਂ ਤੰਗ ਆ ਕੇ ਕਿੰਨਰ ਬਣ ਗਿਆ। ਫਿਰ ਉਹ ਸਾਰੇ ਪੈਸੇ ਘਰ ਭੇਜ ਦਿੰਦਾ ਸੀ। ਜਿਸ ਦਿਨ ਤੁਹਾਡੇ ਵਿੱਚੋਂ ਕਿਸੇ ਭੈਣ ਦਾ ਵਿਆਹ ਹੁੰਦਾ ਤਾਂ ਮੈਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਮੁੰਡਿਆਂ ਵਰਗੇ ਕੱਪੜੇ ਪਾ ਕੇ ਬਹੁਤ ਖੁਸ਼ ਹੋ ਜਾਂਦਾ ਸੀ ਕਿ ਤੁਹਾਡੇ ਭੈਣਾਂ ਦੇ ਸਿਰ 'ਤੇ ਹੱਥ ਰੱਖ ਕੇ ਤੁਹਾਨੂੰ ਵਿਦਾ ਕਰ ਦੇਵਾਂ। ਪਰ ਫਿਰ ਸੋਚਦਾ ਕਿ ਜੇ ਉੱਥੇ ਮੈਨੂੰ ਕਿਸੇ ਬਰਾਤੀ ਨੇ ਪਹਿਚਾਣ ਲਿਆ ਤਾਂ ਕੀ ਹੋਵੇਗਾ। ਬਸ ਇਹੀ ਸੋਚ ਕੇ ਮੈਂ ਰੋਣ ਲੱਗਦਾ ਸੀ। ਇੱਕ ਇੱਕ ਕਰਕੇ ਤੁਹਾਡਾ ਸਾਰੀਆਂ ਭੈਣਾਂ ਦਾ ਵਿਆਹ ਹੋ ਗਿਆ। ਪਿਤਾ ਜੀ ਹੋਰ ਬੇਫਿਕਰ ਹੋ ਗਏ ਸਨ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮਾਂ ਮੇਰੇ ਪੈਸਿਆਂ ਵਿੱਚੋਂ ਉਸ ਬੇਫਿਕਰ ਇਨਸਾਨ ਨੂੰ ਵੀ ਪੈਸੇ ਦਿੰਦੀ ਹੋਵੇਗੀ। ਤੈਨੂੰ ਪਤਾ ਹੈ ਰਮਨ, ਇੱਕ ਦਿਨ ਜਦ ਮੈਂ ਇੱਕ ਪ੍ਰੋਗਰਾਮ ਵਿੱਚ ਮੰਚ 'ਤੇ ਪਰਫਾਰਮ ਕਰ ਰਿਹਾ ਸੀ ਤਾਂ ਮੇਰੀ ਨਜ਼ਰ ਕਿਸ 'ਤੇ ਪਈ? ਉਸ ਸ਼ਖਸ 'ਤੇ ਜਿਸ ਨੂੰ ਅਸੀਂ ਆਪਣਾ ਬਾਪ ਕਹਿੰਦੇ ਹਾਂ। ਉਹ ਨਸ਼ੇ ਨਾਲ ਰੱਜਿਆ ਹੋਇਆ ਸੀ। ਉਸਨੇ ਮੇਰੇ ਮੇਕਅਪ ਦੇ ਪਿੱਛੇ ਚਿਹਰੇ ਨੂੰ ਪਹਿਚਾਣਿਆ ਨਹੀਂ ਸੀ। ਉਹ ਮੇਰੇ ਇੱਕ ਇੱਕ ਠੁਮਕੇ 'ਤੇ ਪੈਸਿਆਂ ਦੀ ਬਰਸਾਤ ਕਰ ਰਿਹਾ ਸੀ। ਮੈਂ ਉਹ ਫੰਕਸ਼ਨ ਪੂਰਾ ਕਰਕੇ ਆਪਣੇ ਪਿਤਾ ਦੇ ਕੰਨ ਵਿੱਚ ਜਾ ਕੇ ਕਿਹਾ, ਪਿਤਾ ਜੀ, ਮੈਂ ਤੁਹਾਡਾ ਅਜੇ ਹਾਂ। ਕੀ ਮੈਂ ਸਭ ਨੂੰ ਦੱਸ ਦੇਵਾਂ ਕਿ ਤੁਸੀਂ ਜਨਮ ਦਿੱਤਾ ਹੈ ਮੈਨੂੰ? ਮੇਰੇ ਹਰਾਮ ਦੇ ਪੈਸਿਆਂ ਨਾਲ ਤਾਂ ਤੁਸੀਂ ਬੜੇ ਇੱਜ਼ਤਦਾਰ ਬਣੇ ਬੈਠੇ ਹੋ। ਮੇਰੀਆਂ ਗੱਲਾਂ ਸੁਣ ਕੇ ਪਿਤਾ ਜੀ ਨੇ ਮੇਰੇ ਮੂੰਹ 'ਤੇ ਥੁੱਕ ਦਿੱਤਾ। ਰਮਨ, ਇਹ ਕਹਿ ਕੇ ਅਜੇ ਫੁੱਟ-ਫੁੱਟ ਕੇ ਰੋਣ ਲੱਗਿਆ। ਰਮਨ ਵੀ ਉਸਦੇ ਗਲ ਲੱਗ ਕੇ ਰੋਣ ਲੱਗੀ। ਮੇਰੀਆਂ ਤੇ ਅਮਰ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਸਨ। ਅਜੇ ਫਿਰ ਕਹਿਣ ਲੱਗਿਆ, ਪਿਤਾ ਜੀ ਨੇ ਆਪਣੇ ਉਸ ਬੇਟੇ ਦੇ ਮੂੰਹ 'ਤੇ ਥੁੱਕਿਆ ਜਿਸ ਨੇ ਆਪਣੇ ਬਾਪ ਦੀ ਵਜ੍ਹਾ ਨਾਲ ਆਪਣੀ ਮਰਦਾਨਗੀ ਗਵਾ ਲਈ ਸੀ ਤੇ ਆਪਣੀ ਇੱਜ਼ਤ ਨੂੰ ਮਾਰ ਦਿੱਤਾ ਸੀ। ਪਿਤਾ ਜੀ ਨੇ ਆਪਣੇ ਸਾਰਿਆਂ ਨਾਲ ਬਹੁਤ ਅਨਿਆਂ ਕੀਤਾ ਹੈ। ਫਿਰ ਮੈਨੂੰ ਪਤਾ ਚੱਲਿਆ ਕਿ ਮਾਂ ਪਿਤਾ ਜੀ ਨੂੰ ਛੱਡ ਕੇ ਆਪਣੀ ਦੂਜੀ ਬੇਟੀ ਕੋਲ ਰਹਿਣ ਲਈ ਚਲੇ ਗਈ ਹੈ ਤਾਂ ਮੈਂ ਪੈਸੇ ਭੇਜਣੇ ਬੰਦ ਕਰ ਦਿੱਤੇ। ਹੁਣ ਤਾਂ ਖੈਰ ਮੈਂ ਨੱਚਣਾ ਵੀ ਛੱਡ ਦਿੱਤਾ। ਇਸ ਲਈ ਮੇਰੀ ਇਹ ਹਾਲਤ ਹੈ। ਮੈਂ ਭਾਈ ਹੋਣ ਦਾ ਫਰਜ਼ ਨਿਭਾਇਆ ਹੈ। ਮੈਂ ਆਪਣੀਆਂ ਸਾਰੀਆਂ ਭੈਣਾਂ ਦੇ ਵਿਆਹ ਕਰ ਦਿੱਤੇ ਹਨ। ਹੁਣ ਮੈਂ ਇਸ ਪਾਪੀ ਅਤੇ ਅਪਮਾਨਜਨਕ ਜੀਵਨ ਨੂੰ ਛੱਡ ਕੇ ਸਭ ਤੋਂ ਲੁਕ ਕੇ ਜਿਉਣਾ ਚਾਹੁੰਦਾ ਹਾਂ। ਰਮਨ ਤੇ ਅਜੇ ਦੇ ਚਿਹਰੇ 'ਤੇ ਉਹਨਾਂ ਦਾ ਦੁੱਖ ਸਾਫ਼ ਝਲਕ ਰਿਹਾ ਸੀ। ਰਮਨ ਬੋਲੀ, ਅਜੇ ਤੂੰ ਸਾਡੇ ਲਈ ਜੋ ਕੁਝ ਵੀ ਕੀਤਾ ਹੈ ਉਸ ਦਾ ਕਰਜ਼ ਅਸੀਂ ਸਾਰੀ ਜ਼ਿੰਦਗੀ ਨਹੀਂ ਚੁਕਾ ਸਕਦੇ। ਅੱਜ ਅਸੀਂ ਸਾਰੀਆਂ ਭੈਣਾਂ ਆਪਣੇ ਆਪਣੇ ਘਰ ਵਿੱਚ ਖੁਸ਼ਹਾਲ ਜ਼ਿੰਦਗੀ ਜੀ ਰਹੀਆਂ ਹਾਂ ਤੇ ਤੂੰ ਇੱਥੇ ਕਿਸ ਮੁਸੀਬਤ ਨਾਲ ਗੁਜ਼ਰ ਰਿਹਾ ਏ। ਅਜੇ ਤੂੰ ਜਾਣਦਾ ਏ ਪਿਤਾ ਜੀ ਭੀਖ ਮੰਗਣ ਲੱਗੇ ਆ। ਇੱਕ ਦਿਨ ਸਾਡੇ ਘਰ ਦਸਤਕ ਹੋਈ ਤਾਂ ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪਿਤਾ ਜੀ ਖੜੇ ਹੋ ਕੇ ਭੀਖ ਮੰਗ ਰਹੇ ਸੀ। ਮੈਂ ਉਹਨਾਂ ਨੂੰ ਘਰ ਬੁਲਾ ਲਿਆ। ਮੈਂ ਕਿਹਾ, ਮੇਰੇ ਘਰ ਦੀ ਸਫਾਈ ਕਰਿਆ ਕਰੋ ਤਾਂ ਮੈਂ ਤੁਹਾਨੂੰ 2 ਵਕਤ ਦੀ ਰੋਟੀ ਦੇ ਦਿਆ ਕਰਾਂਗੀ। ਉਹ ਆਉਂਦੇ ਹਨ, ਮੇਰੇ ਘਰ 'ਤੇ ਬੜੀ ਮੁਸ਼ਕਿਲ ਨਾਲ ਸਫਾਈ ਕਰਦੇ ਹਨ। ਹੁਣ ਉਹਨਾਂ ਦੀਆਂ ਬੁੱਢੀਆਂ ਹੱਡੀਆਂ ਵਿੱਚ ਜਾਨ ਨਹੀਂ ਕਿ ਉਹ ਕੰਮ ਕਰ ਸਕਣ, ਪਰ ਮੈਂ ਨਹੀਂ ਚਾਹੁੰਦੀ ਕਿ ਉਹ ਭੀਖ ਮੰਗਣ।
ਕਿਉਂਕਿ ਸਾਰੀ ਉਮਰ ਉਹਨਾਂ ਨੇ ਮੁਫਤ ਦੀਆਂ ਰੋਟੀਆਂ ਪਾੜੀਆਂ ਹਨ। ਮੈਂ ਉਸ ਤੋਂ ਆਪਣਾ ਸਾਰਿਆਂ ਦਾ ਹਿਸਾਬ ਲੈਣਾ ਚਾਹੁੰਦੀ ਹਾਂ। ਫਿਰ ਅਮਨ ਨੇ ਮੇਰੇ ਵੱਲ ਮੂੰਹ ਕਰਕੇ ਕਿਹਾ, ਅਜੀਤ, ਆਪਣੇ ਘਰ ਕੰਮਵਾਲੀ ਦੇ ਰੂਪ ਵਿੱਚ ਆਉਣ ਵਾਲਾ ਸ਼ਖਸ ਮੇਰਾ ਬਾਪ ਹੈ। ਹੁਣ ਸਾਰੀ ਹਕੀਕਤ ਮੇਰੇ ਸਾਹਮਣੇ ਸੀ। ਮੈਂ ਰਮਨ ਨੂੰ ਮਾफ़ ਕਰ ਦਿੱਤਾ। ਮੈਨੂੰ ਹੀ ਅਜੇ ਦਾ ਵੱਡਾ ਭਾਈ ਬਣਨਾ ਪਿਆ। ਫਿਰ ਮੈਂ ਅਜੇ ਤੇ ਅਮਰ ਨੂੰ ਆਪਣੇ ਨਾਲ ਘਰ ਲੈ ਆਇਆ, ਪਰ ਜਦ ਡਾਕਟਰ ਨਾਲ ਗੱਲ ਕਰੀ ਤਾਂ ਉਹਨਾਂ ਦੋਹਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਉਣਾ ਪਿਆ, ਜਿੱਥੇ ਹਰ ਹਫ਼ਤੇ ਉਹਨਾਂ ਦਾ ਮਨੋਚਿਕਿਤਸਕ ਦੁਆਰਾ ਵੀ ਇਲਾਜ ਕੀਤਾ ਜਾਣ ਲੱਗਿਆ। ਜੀਵਨ ਦੀਆਂ ਬਹੁਤ ਹੀ ਕੌੜੀਆਂ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਬੈਠ ਗਈਆਂ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਮਿਟਾਉਣਾ ਬਹੁਤ ਜ਼ਰੂਰੀ ਸੀ। ਮੈਂ ਤੇ ਰਮਨ ਹਰ ਹਫ਼ਤੇ ਉਹਨਾਂ ਦੋਨਾਂ ਨੂੰ ਮਿਲਣ ਜਾਂਦੇ ਹਾਂ। ਉਹਨਾਂ ਵਿੱਚ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ, ਜਦਕਿ ਰਮਨ ਆਪਣੇ ਭਾਈ ਲਈ ਰਿਸ਼ਤਾ ਲੱਭਣ ਵਿੱਚ ਵਿਅਸਤ ਹੈ। ਜਿੱਥੋਂ ਤੱਕ ਰਮਨ ਦੇ ਪਿਤਾ ਜੀ ਦਾ ਸਵਾਲ ਹੈ, ਉਹ ਹਰ ਰੋਜ਼ ਸਾਡੇ ਘਰ ਸਫਾਈ ਕਰਨ ਲਈ ਆਉਂਦੇ ਹਨ। ਮੈਂ ਰਮਨ ਨੂੰ ਸਮਝਾਉਂਦਾ ਹਾਂ ਕਿ ਤੂੰ ਆਪਣੇ ਪਿਤਾ ਜੀ ਨੂੰ ਮਾफ़ ਕਰ ਦੇ, ਪਰ ਉਹ ਅਜੇ ਮਾफ़ ਕਰਨ ਲਈ ਦਿਮਾਗੀ ਤੌਰ 'ਤੇ ਤਿਆਰ ਨਹੀਂ ਹੈ। ਹੁਣ ਤੁਸੀਂ ਹੀ ਦੱਸ ਦਿਓ ਕਿ ਰਮਨ ਨੂੰ ਆਪਣੇ ਪਿਤਾ ਜੀ ਨੂੰ ਮਾफ़ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸੇ ਤਰ੍ਹਾਂ ਆਪਣੇ 'ਤੇ ਹੋਏ ਜ਼ੁਲਮ ਦਾ ਬਦਲਾ ਲੈਂਦੇ ਰਹੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।